डॉक्टर मनमोहन सिंह जी ਨੂੰ ਰਿਸੀਵ ਕਰਨ ਦਾ ਮੌਕਾ ਮਿਲਿਆ ਪਹਿਲੀ ਵਾਰ ਮੈਨੂੰ ਯੂਨੀਵਰਸਿਟੀ 'ਚ। ਜਦ ਯੂਨੀਵਰਸਿਟੀ ਤੋਂ ਉਹਨਾਂ ਦੇ ਹੈਲੀਕਾਪਟਰ ਲੈਂਡ ਕੀਤੇ ਉਹਦੇ 'ਚ ਬਹੁਤ ਹੀ ਸਿਲੈਕਟਡ ਬੰਦੇ ਸੀਗੇ ਜਿਹੜੇ ਅੰਦਰ ਜਾਣ ਦਿੱਤੇ ਉਹਨਾਂ ਨੇ। ਮੇਰਾ ਖਿਆਲ ਹੈ 7 ਆਦਮੀ ਸੀਗੇ ਅਸੀਂ ਟੋਟਲ ਜਿਹੜੇ ਅੰਦਰ ਗਏ ਸੀਗੇ। ਮਨੀਸ਼ ਜੀ ਸੀਗੇ, ਮੈਂ ਸੀਗਾ ਤੇ 2-3 ਬੰਦੇ ਹੋਰ ਸੀ। ਉਹਦੇ ਤੋਂ ਇਲਾਵਾ ਉਹਨਾਂ ਨੇ ਕਿਸੇ ਬੰਦੇ ਨੂੰ ਫਿਰੋਜ਼ਪੁਰ ਰੋਡ ਤੋਂ ਨਹੀਂ ਐਂਟਰ ਕਰਨ ਦਿੱਤਾ। मतलब ਤੁਸੀਂ ਕਹਿ ਰਹੇ ਹੋ ਕਿ ਹਾਲਾਤ ਇਦਾਂ ਦੇ ਸੀ ਕਿ ਇਨਫੋਰਮੇਸ਼ਨ ਡਿਸਕਸ਼ਨ ਤੁਹਾਡੇ ਨਾਲ ਚੱਲਦੀ ਰਹੀ, ਪਰ ਜਿੱਥੇ ਦੀ ਤੁਹਾਨੂੰ ਇਨਫੋਰਮੇਸ਼ਨ ਸੀ ਉੱਥੋਂ ਵੀ ਨਹੀਂ ਆਏ, ਉਹ ਨਾਲ ਦੇ ਗੇਟ ਚੋਂ ਐਂਟਰ ਕੀਤੇ ਆ ਸਟੇਜ ਤੇ ਆਉਣ ਦੇ ਲਈ। ਸਟੇਜ ਤੇ ਆਉਣ ਦੇ ਬਾਅਦ 4 ਤੋਂ ਇਲਾਵਾ 5 ਬੰਦਾ ਨਹੀਂ ਆਉਣ ਦਿੱਤਾ ਉਹਨਾਂ ਨੇ। ਉਹਨਾਂ ਦਾ ਜੋ ਪ੍ਰੋਬਲਮ ਸੀਗਾ ਟੋਟਲ ਇਸ ਤਰ੍ਹਾਂ ਸੀਲ ਸੀ ਸਾਰਾ ਲੁਧਿਆਣਾ। ਮਤਲਬ ਤੁਸੀਂ ਯੂਨੀਵਰਸਿਟੀ ਤੋਂ ਲੈ ਕੇ ਗਵਰਨਮੈਂਟ ਕਾਲਜ ਫॉर ਵੂਮੈਨ ਤਾਈਂ ਖੱਬੇ ਸੱਜੇ ਇੱਕ ਚਿੜੀ ਨਹੀਂ ਸੀ ਉੱਡ ਰਹੀ। ਸੜਕ ਤੇ ਸਾਈਕਲ ਤਾਂ ਬਹੁਤ ਦੂਰ ਦੀ ਗੱਲ ਹੈ, ਜਾਂ ਆਟੋ ਬੜੀ ਦੂਰ ਦੀ ਗੱਲ ਹੈ, ਜਾਂ ਕਾਰ ਬਹੁਤ ਦੂਰ ਦੀ ਗੱਲ ਹੈ। 1.5 ਘੰਟਾ ਕੋਈ ਵੀ ਉੱਥੇ ਚਿੜੀ ਨਹੀਂ ਉੱਡੀ ਉਹਨਾਂ ਦੇ। ਅੱਜ ਆ ਜਿਹੜੀ ਸਿਕਿਉਰਿਟੀ ਦੀ ਗੱਲ ਕਰ ਰਹੇ ਆ ਤੁਸੀਂ, ਸਿਕਿਉਰਿਟੀ ਲੈਪਸ ਨਹੀਂ ਹੋਈ। ਇਹ ਕਹਿ ਰਹੇ ਕੋਈ ਪ੍ਰਵਕਤਾ ਹੈਗਾ ਤੇ ਉਹ ਅੱਜ ਮੈਂ ਸੁਣ ਰਿਹਾ ਸੀਗਾ ਉਹਨਾਂ ਨੂੰ ਬੜਿਆਲ ਹੈ ਕੀ ਹੈ ਮੈਂ ਨਹੀਂ ਉਹਨਾਂ ਦਾ ਸਮਝਦਾ। ਤੇ ਉਹ ਭਾਈ ਸਾਹਿਬ ਕਹਿ ਰਹੇ ਆ ਪ੍ਰਵਕਤਾ ਜਿਹੜੇ ਪ੍ਰਦੇਸ਼ ਕਾਂਗਰਸ ਦੇ ਸਿੱਧੂ ਸਾਹਿਬ, ਪ੍ਰਵਕਤਾ ਜੀ ਨੂੰ ਪਹਿਲਾਂ ਬੋਲਣ ਤੋਂ ਪਹਿਲਾਂ ਦੱਸਿਆ ਕਰੋ ਪ੍ਰੋਟੋਕੋਲ ਕੀ ਹੈ। ਤੁਸੀਂ ਇੰਟਰਨੈਸ਼ਨਲ ਲੈਵਲ ਤੇ ਬੈਠੇ ਹੋ, ਚੈਨਲਾਂ ਤੇ ਬੋਲਣ ਲੱਗੇ ਤਾਂ ਦੇਖ ਲਓ। ਪ੍ਰਵਕਤਾ ਕਹਿ ਰਹੇ ਆ ਤਾਂ ਬੀਜੇਪੀ ਪ੍ਰਚਾਰ ਕਰ ਰਹੀ ਹੈ, ਬੀਜੇਪੀ ਸਾਡੇ ਖਿਲਾਫ ਪ੍ਰਚਾਰ ਕਰ ਰਹੀ ਹੈ, ਉਹ ਛੜਯੰਤਰ ਕਰ ਰਹੀ ਹੈ। ਉੱਥੇ ਕੋਈ ਇੰਜਰਡ ਨਹੀਂ ਹੋਇਆ, ਕੋਈ ਜ਼ਖਮੀ ਨਹੀਂ ਹੋਇਆ, ਗਲਤ ਪ੍ਰਚਾਰ ਕਰ ਰਹੇ ਆ। ਇਹਦਾ ਮਤਲਬ ਕਿ ਜ਼ਖਮੀ ਹੋਵੇ ਤਾਂ ਤੁਹਾਨੂੰ ਪਤਾ ਲੱਗੇ ਕਿ ਸਿਕਿਉਰਿਟੀ ਲੈਪਸ ਹੋਈ ਹੈ, ਕੋਈ ਇੰਜਰਡ ਹੋਵੇ ਤਾਂ ਪਤਾ ਲੱਗੇ ਤੁਹਾਨੂੰ ਸਿਕਿਉਰਿਟੀ ਲੈਪਸ ਹੋਈ ਹੈ। ਜਿੱਥੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਗੱਡੀ ਖੜੀ ਹੈ ਉਹਦੇ ਸੱਜੇ ਹੱਥ ਕੇ ਗੱਡੀ ਰਿਕਾਰਡਿੰਗ ਕਰ ਰਹੀ ਹੈ, ਉਲਟ ਸਾਈਡ ਖੜੀ ਹੈ, ਰੌਂਗ ਸਾਈਡ ਆ ਕੇ ਖੜੀ ਹੈ। ਉਹ ਗੱਡੀ ਉਹ 5 ਬੰਦਿਆਂ ਦੀ ਵੀਡੀਓ ਬਣਾ ਰਹੀ ਹੈ ਜਿਹੜੇ ਭੱਜ ਰਹੇ ਆ, ਉਹ ਜਾ ਰਿਹਾ ਪ੍ਰਧਾਨ ਮੰਤਰੀ, ਉਹ ਜਾ ਰਿਹਾ। ਕਿੱਦਾਂ ਨਹੀਂ ਸਿਕਿਉਰਿਟੀ ਲੈਪਸ ਯਾਰ। ਫਿਰ ਜਿਸ ਪਾਸੇ ਗੱਡੀ ਖੜੀ ਪ੍ਰਧਾਨ ਮੰਤਰੀ ਸਾਹਿਬ ਦੀ ਗੱਡੀ ਜਾ ਰਹੀ ਹੈ ਉਹਦੇ ਉਲਟ ਪਾਸੇ ਟਰੱਕ ਖੜਾ ਹੈ। ਹਾਈ ਸਿਕਿਉਰਿਟੀ, ਇੰਨੀ ਹਾਈ ਇੰਟੈਲੀਜੈਂਸ ਲੁਕੂਨੇ ਰੱਖੇ ਜਾਂਦੇ ਆ ਕਿ ਪਤਾ ਹੀ ਨਹੀਂ ਹੁੰਦਾ। ਕਿਉਂਕਿ ਤੁਸੀਂ ਤਾਂ ਰਹੇ ਹੋ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇੱਕ ਨਹੀਂ 2 ਵਾਰ ਤੁਹਾਨੂੰ ਰਿਸੀਵ ਕਰਨ ਦਾ ਮੌਕਾ ਮਿਲਿਆ ਔਰ ਸਾਰਾ ਕਾਫਲੇ ਨੂੰ ਅੱਗੇ ਲੀਡ ਕਰਨ ਦਾ ਮੌਕਾ ਮਿਲਿਆ, ਸੋ ਤੁਸੀਂ ਜ਼ਿਆਦਾ ਬੈਟਰ ਹੋ ਸਕਦੇ। ਮੈਂ ਤਾਂ 2 ਵਾਰ ਤੁਹਾਨੂੰ ਦੱਸਿਆ ਅਪੋਲੋ ਹਸਪੀਟਲ ਦੀ ਓਪਨਿੰਗ ਸੀਗੀ, ਉਦੋਂ ਵੀ ਡਾਕਟਰ ਮਨਮੋਹਨ ਸਿੰਘ ਆਏ ਸੀਗੇ 6 ਦੇ ਵਿੱਚ ਵੀ, ਉਦੋਂ ਵੀ ਉਹਨਾਂ ਨੂੰ ਮੈਂ ਰਿਸੀਵ ਕੀਤਾ। ਮਸਲਾ ਹੈ ਵੀ ਸਿਕਿਉਰਿਟੀ ਤਾਂ ਬਹੁਤ ਟਾਈਟ ਹੁੰਦੀ ਇਹਨਾਂ ਦੀ। ਇਹ ਸਿਕਿਉਰਿਟੀ ਦਾ ਪਤਾ ਹੀ ਨਹੀਂ ਲੱਗਿਆ ਹੋਇਆ ਕੀ ਹੈ। ਇਹ ਬਹੁਤ ਵੱਡੀ ਪੰਜਾਬ ਤੇ ਕਲੰਕ ਹੈ, ਸਾਡੀ ਬਹੁਤ ਵੱਡੀ ਬਦਨਾਮੀ ਇੰਟਰਨੈਸ਼ਨਲ ਲੈਵਲ ਤੇ ਕਿ ਅਸੀਂ ਇੱਕ ਪ੍ਰਾਈਮ ਮਿਨਿਸਟਰ ਨੂੰ ਸੁਰੱਖਿਅਤ ਸੱਤਾ 'ਚ ਲੈ ਕੇ ਉਹਨਾਂ ਨੂੰ ਵਾਪਸ ਭੇਜਣ ਲੱਗੇ। ਉਹ ਜਾਂਦੇ ਇਹ ਵਿਚਾਰ ਦੇ ਕੇ ਜਾਣ ਵੀ ਸ਼ੁਕਰ ਹੈ ਮੈਂ ਜਿੰਦਾ ਵਾਪਸ ਜਾ ਰਿਹਾ। ਸਾਡੇ ਲਈ ਤਾਂ ਬੇਇੱਜ਼ਤੀ ਹੈ ਪੰਜਾਬ ਦੇ ਲਈ। जनहितैषी टीआरपी नहीं खरीदते, भरोसा जीतते हैं हम। ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਇਸ ਵੇਲੇ ਦੀ ਵੱਡੀ ਅਪਡੇਟ ਨਾਲ। ਵੱਡੀ ਅਪਡੇਟ ਇਹ ਹੈ ਕਿ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਜਿਹੜਾ ਫਿਰੋਜ਼ਪੁਰ ਦਾ ਦੌਰਾ ਸੀਗਾ, ਜੀ ਹਾਂ, ਉਹਦੇ ਵਿੱਚ ਸਿਕਿਉਰਿਟੀ ਕਲੈਪਸ ਨੂੰ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਬਿਨਾਂ ਫਿਰੋਜ਼ਪੁਰ ਗਏ ਹੀ ਆਪਣਾ ਦੌਰਾ ਰਸਤੇ 'ਚ ਛੱਡ ਕੇ ਵਾਪਸ ਜਾਣਾ ਪਿਆ। ਸੋ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਇਸ ਵੇਲੇ ਪੰਜਾਬ ਦੇ ਵਿੱਚ ਮਾਹੌਲ ਗਰਮ ਹੈ। ਵੱਖ-ਵੱਖ ਨੇਤਾਵਾਂ, ਰਾਜਨੇਤਾਵਾਂ ਵੱਲੋਂ ਜਿਹੜੀ ਪ੍ਰਤੀਕਿਰਿਆ ਆ ਰਹੀ ਹੈ। ਸੋ ਇਸ ਸਾਰੇ ਮਾਮਲੇ ਦੇ ਵਿੱਚ ਸਿਕਿਉਰਿਟੀ ਲੈਪਸ ਨੂੰ ਲੈ ਕੇ ਹਰ ਇਨਸਾਨ, ਫਿਰ ਚਾਹੇ CM ਚੰਨੀ ਹੋਣ ਜਾਂ ਵੱਖ-ਵੱਖ ਮੰਤਰੀ ਹੋਣ ਜਾਂ ਸੈਂਟਰ ਦੇ ਕੋਈ ਮਿਨਿਸਟਰਸ ਹੋਣ, ਉਹ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਿਹਾ। ਇਹ ਸਾਰਿਆਂ ਦੇ ਵਿੱਚ ਜਨਹਿਤੈਸ਼ੀ ਤੁਹਾਡੇ ਕੋਲ ਇੱਕ ਇਹੋ ਜਿਹੇ ਇਨਸਾਨ ਨਾਲ ਰੂਬਰੂ ਕਰਾ ਰਹੀ ਹੈ ਜਿਹੜੇ ਕਿ ਜਿਨ੍ਹਾਂ ਨੇ ਖੁਦ ਆਪਣੇ
ਕਾਰਜਕਾਲ ਦੇ ਵਿੱਚ ਦੋ ਵਾਰ, ਇੱਕ ਵਾਰ ਨਹੀਂ ਬਲਕਿ ਦੋ ਵਾਰ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਆ ਉਹਨਾਂ ਨੂੰ ਰਿਸੀਵ ਕੀਤਾ। ਸੋ ਉਹ ਸਾਰੇ ਜਿਹੜੇ ਉਸ ਇਨਸਾਨ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਦਾ ਜਿਹੜਾ ਇਹ ਐਪੀਸੋਡ ਸੀ ਕੀ ਇਹ ਸਿਕਿਉਰਿਟੀ ਲੈਪਸ ਸੀਗਾ ਨਹੀਂ ਸੀਗਾ, ਕਿਉਂਕਿ ਬਾਕੀ ਸਾਰੀ ਅਟਕਲ ਹੈ ਪਰ ਜਿਹੜਾ ਇਨਸਾਨ ਖੁਦ ਦੋ ਤਿੰਨ ਵਾਰ ਜਿਹੜਾ ਇੱਕ PM ਨੂੰ ਰਿਸੀਵ ਕਰ ਚੁੱਕਾ ਹੋਵੇ, ਉਹਨਾਂ ਦੇ ਜਿਹੜੇ ਇੱਕ ਡੈਲੀਗੇਸ਼ਨ ਨੂੰ ਉਹਨਾਂ ਦੇ ਵਿਜ਼ਿਟ ਦੇ ਦੌਰਾਨ ਇਹੋ ਜਿਹੀਆਂ ਚੀਜ਼ਾਂ ਕਰ ਚੁੱਕਾ ਹੋਵੇ, ਉਸ ਤੋਂ ਬਿਹਤਰ ਇਹ ਕੌਣ ਦੱਸ ਸਕਦਾ। ਸੋ ਆਓ ਮਿਲਾਨੇ ਆ ਜਿਹੜੇ ਪੰਜਾਬ ਲੋਕ ਕਾਂਗਰਸ ਦੇ ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈਗੇ ਜਗਮੋਹਨ ਸ਼ਰਮਾ ਜੀ। ਸੋ ਉਹਨਾਂ ਨੂੰ ਪੁੱਛਦੇ ਆ ਲੁਧਿਆਣਾ ਤੋਂ ਕਿ ਕਿੱਦਾਂ ਦਾ ਮਾਹੌਲ ਹੈ ਅੱਜ, ਇਸ ਜਿਹੜੀ ਚੂਕ ਹੋਈ ਹੈ ਇਹਨੂੰ ਚੂਕ ਕਿਹਾ ਜਾਏਗਾ ਜਾਂ ਸਿਕਿਉਰਿਟੀ ਲੈਪਸ ਕਿਹਾ ਜਾਏਗਾ ਜਾਂ ਇੱਦਾਂ ਦੀ ਚੀਜ਼ਾਂ ਨਾਰਮਲ ਹੈ। ਨਮਸਕਾਰ ਜੀ। ਨਮਸਕਾਰ ਸੰਦੀਪ ਜੀ। ਸਰ, ਤੁਸੀਂ ਸਾਨੂੰ ਪਤਾ ਹੈ ਕਿ ਜਦੋਂ ਤੁਸੀਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਹੇ ਹੋ ਤਾਂ ਤੁਸੀਂ ਉਹ ਸ਼ਖਸ ਹੋ ਜਿਨ੍ਹਾਂ ਨੇ ਇੱਕ ਵਾਰ ਨਹੀਂ ਸ਼ਾਇਦ ਦੋ ਵਾਰ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਨੂੰ ਰਿਸੀਵ ਕੀਤਾ ਸੀ ਐਜ਼ ਏ ਪ੍ਰਾਈਮ ਮਿਨਿਸਟਰ। ਸੋ ਅੱਜ ਦਾ ਜਿਹੜਾ ਇੱਕ ਐਪੀਸੋਡ ਹੋਇਆ ਹੈ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਜੀ ਦਾ ਪਹੁੰਚਣਾ ਔਰ ਉਹਨਾਂ ਨੂੰ ਬਿਨਾਂ ਫਿਰੋਜ਼ਪੁਰ ਪਹੁੰਚੇ, ਡੈਜ਼ਿਗਨੇਸ਼ਨ ਰੈਲੀ ਤੇ ਪਹੁੰਚੇ, ਉਹਨਾਂ ਨੂੰ ਵਾਪਸ ਲੌਟਣਾ ਪੈ ਗਿਆ, ਸੜਕਾਂ ਤੇ ਗੱਡੀਆਂ ਖੜੀਆਂ ਰਹੀਆਂ, ਇਹ ਸਾਰੇ ਨਜ਼ਰੀਏ ਨੂੰ ਤੁਸੀਂ ਕੀ ਦੇਖਦੇ ਹੋ? ਇਹਨੂੰ ਸਿਕਿਉਰਿਟੀ ਲੈਪਸ ਸੀ ਜਾਂ ਕੀ ਸੀ? ਸੰਦੀਪ ਜੀ, 2004 ਦੇ ਇਲੈਕਸ਼ਨ 'ਚ ਮਨੀਸ਼ ਤਿਵਾੜੀ ਦੇ ਇਲੈਕਸ਼ਨ 'ਚ ਡਾਕਟਰ ਮਨਮੋਹਨ ਸਿੰਘ ਜੀ ਨੂੰ ਰਿਸੀਵ ਕਰਨ ਦਾ ਮੌਕਾ ਮਿਲਿਆ ਪਹਿਲੀ ਵਾਰ ਮੈਨੂੰ ਯੂਨੀਵਰਸਿਟੀ 'ਚ। ਜਦ ਯੂਨੀਵਰਸਿਟੀ 'ਚ ਉਹਨਾਂ ਦੇ ਹੈਲੀਕਾਪਟਰ ਲੈਂਡ ਕੀਤੇ, ਉਹਦੇ 'ਚ ਬਹੁਤ ਹੀ ਸਿਲੈਕਟਡ ਬੰਦੇ ਸੀਗੇ ਜਿਹੜੇ ਅੰਦਰ ਜਾਣ ਦਿੱਤੇ ਉਹਨਾਂ ਨੇ। ਮੇਰਾ ਖਿਆਲ ਹੈ 7 ਆਦਮੀ ਸੀਗੇ ਅਸੀਂ ਟੋਟਲ ਜਿਹੜੇ ਅੰਦਰ ਗਏ ਸੀਗੇ। ਮਨੀਸ਼ ਜੀ ਸੀਗੇ, ਮੈਂ ਸੀਗਾ ਤੇ 2-3 ਬੰਦੇ ਹੋਰ ਸੀ। ਉਹਦੇ ਤੋਂ ਇਲਾਵਾ ਉਹਨਾਂ ਨੇ ਕਿਸੇ ਬੰਦੇ ਨੂੰ ਫਿਰੋਜ਼ਪੁਰ ਰੋਡ ਤੋਂ ਨਹੀਂ ਐਂਟਰ ਕਰਨ ਦਿੱਤਾ। ਤੁਸੀਂ ਇਹ ਦੇਖੋ, ਫਿਰੋਜ਼ਪੁਰ ਰੋਡ ਤੋਂ ਅੰਦਰ ਐਂਟਰ ਨਹੀਂ ਕਰਨ ਦਿੱਤਾ ਕਿਸੇ ਸਾਈਡ ਤੇ ਵੀ। ਇੰਨੀ ਸਖਤ, ਇੰਨੀ ਟਾਈਟ ਸਿਕਿਉਰਿਟੀ ਸੀਗੀ। ਸਾਨੂੰ ਪਤਾ ਵੀ ਉੱਥੇ ਚਿੜੀ ਵੀ ਉੱਡਣ ਨਹੀਂ ਦਿੱਤੀ ਉਹਨਾਂ ਨੇ। ਠੀਕ ਹੈ ਜੀ। 4 ਜਦ ਮਨਮੋਹਨ ਸਿੰਘ ਨੂੰ ਅਸੀਂ ਰਿਸੀਵ ਕੀਤਾ, ਉਹਦੇ ਬਾਅਦ ਉਹਨਾਂ ਦਾ ਫੰਕਸ਼ਨ ਸੀਗਾ ਗੌਰਮੈਂਟ ਕਾਲਜ ਫਾਰ ਗਰਲਸ 'ਚ। ਉੱਥੋਂ ਇੱਕ ਲਿਸਟ ਸਾਡੀ ਗੌਰਮੈਂਟ ਨੇ ਬਣਾ ਕੇ ਭੇਜੀ ਸੀ। ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਸੀਗੇ ਤੇ ਸਟੇਟ ਵੱਲੋਂ ਔਰ ਸੈਂਟਰ ਵੱਲੋਂ ਇੱਕ ਲਿਸਟ ਆਈ ਸੀ ਬਣ ਕੇ ਵੀ ਇਹ ਬੰਦੇ ਸਟੇਜ ਤੇ ਬਹਿਣਗੇ। ਉਹਨਾਂ 'ਚ ਸਿਰਫ 4 ਬੰਦਿਆਂ ਦਾ ਨਾਮ ਸੀ। ਮਨੀਸ਼ ਤਿਵਾੜੀ ਜੀ ਸੀਗੇ, ਕੈਪਟਨ ਅਮਰਿੰਦਰ ਸਿੰਘ ਜੀ ਸੀਗੇ, ਉਦੋਂ ਹੰਸਪਾਲ ਜੀ ਸੀਗੇ ਪੰਜਾਬ ਦੇ ਪ੍ਰਧਾਨ, ਉਹ ਸੀਗੇ ਸਟੇਜ ਤੇ, ਔਰ ਮੈਂ ਜ਼ਿਲ੍ਹੇ ਦਾ ਪ੍ਰਧਾਨ ਸੀ। 4 ਬੰਦੇ ਸਟੇਜ ਤੇ ਸੀਗੇ 2004 'ਚ। 5ਵਾਂ ਬੰਦਾ ਕੈਬਨਿਟ ਮਿਨਿਸਟਰ ਦਾ, ਕੈਬਨਿਟ ਮੰਤਰੀ ਦੇ ਰੈਂਕ ਦਾ ਬੰਦਾ ਵੀ ਉਹਨਾਂ ਨੇ ਨੇੜੇ ਨਹੀਂ ਆਉਣ ਦਿੱਤਾ ਕਿਸੇ ਵੀ ਤਰੀਕੇ। ਤੁਸੀਂ ਸਿਕਿਉਰਿਟੀ ਦੀ ਗੱਲ ਕਰ ਰਹੇ ਹੋ, ਜਿਹੜੇ ਕੈਬਨਿਟ ਰੈਂਕ ਦੇ ਮੰਤਰੀ ਹੈ ਉਹ ਵੀ ਸਟੇਜ ਦੇ ਨੇੜੇ ਤੇੜੇ ਨਹੀਂ ਦਿਖੇ ਕੋਈ। ਸਭ ਡੀ ਤੋਂ ਪਰਲੇ ਪਾਸੇ ਬੈਠੇ ਸੀ। ਡੀ ਦੇ ਪਰਲੇ ਪਾਸੇ ਜਿਹੜੀ BVIP ਗੈਲਰੀ ਬਣੀ ਸੀ ਉਹਦੇ 'ਚ ਬੈਠੇ ਸੀਗੇ। ਇਹ ਨਹੀਂ ਸੀ ਵੀ ਆਮ ਤੁਰਿਆ ਫਿਰਦਾ ਬੰਦਾ। ਔਰ ਸਭ ਤੋਂ ਵਧੀਆ ਗੱਲ ਤੁਹਾਨੂੰ ਦੱਸਦਾ, ਜਦ ਡਾਕਟਰ ਮਨਮੋਹਨ ਸਿੰਘ ਨੂੰ ਅਸੀਂ ਰਿਸੀਵ ਕਰਨਾ ਸੀ, ਮੇਰੇ ਨਾਲ 3 ਦਿਨ ਉਹ ਡਿਸਕਸ ਕਰਦੇ ਰਹੇ ਵੀ ਜੋ ਵੀ ਰੂਟ ਵਗੈਰਾ, ਜਿਸ ਤਰ੍ਹਾਂ ਵੀ ਜੋ ਵੀ ਉਹਨਾਂ ਦਾ ਸਿਸਟਮ ਸੀਗਾ ਮੈਨੂੰ ਪੁੱਛਦੇ ਰਹੇ, ਮੈਂ ਉਹਨਾਂ ਨੂੰ ਦੱਸਦਾ ਰਿਹਾ। ਪਰ ਜਿਸ ਗੇਟ ਤੇ ਅਸੀਂ ਫੁੱਲ ਲੈ ਕੇ, ਗੁਲਦਸਤੇ ਲੈ ਕੇ ਖੜੇ ਸੀਗੇ, ਦੇਖੋ ਸਿਕਿਉਰਿਟੀ ਦਾ ਸਿਸਟਮ ਉਹਨਾਂ ਦੀ ਦਾ ਉਸ ਰਸਤੇ ਨਹੀਂ ਹੈ, ਨਾਲ ਦੇ ਗੇਟ ਥਾਂ ਨਹੀਂ ਆਏ। ਅਸੀਂ ਖੜੇ ਰਹਿ ਗਏ। ਉਹ ਨਾਲ ਦੇ ਗੇਟ ਥਾਂ ਨਹੀਂ ਲੈ ਕੇ। ਮਤਲਬ ਤੁਸੀਂ ਕਹਿ ਰਹੇ ਹੋ ਕਿ ਹਾਲਾਤ ਇਦਾਂ ਦੇ ਸੀ ਕਿ ਇਨਫੋਰਮੇਸ਼ਨ ਡਿਸਕਸ਼ਨ ਤੁਹਾਡੇ ਨਾਲ ਚੱਲਦੀ ਰਹੀ, ਪਰ ਜਿੱਥੇ ਦੀ ਤੁਹਾਨੂੰ ਇਨਫੋਰਮੇਸ਼ਨ ਸੀ ਉੱਥੋਂ ਵੀ ਨਹੀਂ ਆਏ, ਉਹ ਨਾਲ ਦੇ ਗੇਟ ਚੋਂ ਐਂਟਰ ਕੀਤੇ ਸਟੇਜ ਤੇ ਆਉਣ ਦੇ ਲਈ। ਸਟੇਜ ਤੇ ਆਉਣ ਦੇ ਬਾਅਦ 4 ਤੋਂ ਇਲਾਵਾ 5ਵਾਂ ਬੰਦਾ ਨਹੀਂ ਆਉਣ ਦਿੱਤਾ ਉਹਨਾਂ ਨੇ। ਉਹਨਾਂ ਦਾ ਜੋ ਪ੍ਰੋਗਰਾਮ ਸੀਗਾ ਟੋਟਲ ਇਸ ਤਰ੍ਹਾਂ ਸੀਲ ਸੀ ਸਾਰਾ ਲੁਧਿਆਣਾ। ਮਤਲਬ ਤੁਸੀਂ ਯੂਨੀਵਰਸਿਟੀ ਤੋਂ ਲੈ ਕੇ ਗਵਰਨਮੈਂਟ ਕਾਲਜ ਫॉर ਵੂਮੈਨ ਤਾਈਂ ਖੱਬੇ ਸੱਜੇ ਇੱਕ ਚਿੜੀ ਨਹੀਂ ਸੀ ਉੱਡ ਰਹੀ। ਸੜਕ ਤੇ ਸਾਈਕਲ ਤਾਂ ਬਹੁਤ ਦੂਰ ਦੀ ਗੱਲ ਹੈ, ਜਾਂ ਆਟੋ ਬੜੀ ਦੂਰ ਦੀ ਗੱਲ ਹੈ, ਜਾਂ ਕਾਰ ਬਹੁਤ ਦੂਰ ਦੀ ਗੱਲ ਹੈ। 1.5 ਘੰਟਾ ਕੋਈ ਵੀ ਉੱਥੇ ਚਿੜੀ ਨਹੀਂ ਉੱਡੀ ਉਹਨਾਂ ਦੇ, ਐਨੀ ਸਿਕਿਉਰਿਟੀ ਟਾਈਟ ਸੀਗੀ। ਅੱਜ ਆ ਜਿਹੜੀ ਸਿਕਿਉਰਿਟੀ ਦੀ ਗੱਲ ਕਰ ਰਹੇ ਆ ਤੁਸੀਂ, ਸਿਕਿਉਰਿਟੀ ਲੈਪਸ ਨਹੀਂ ਹੋਈ। ਇਹ ਕਹਿ ਰਹੇ ਕੋਈ ਪ੍ਰਵਕਤਾ ਹੈਗਾ ਤੇ ਉਹ ਅੱਜ ਮੈਂ ਸੁਣ ਰਿਹਾ ਸੀਗਾ ਉਹਨਾਂ ਨੂੰ, ਬੜਿਆਲ ਹੈ ਕੀ ਹੈ ਮੈਂ ਨਹੀਂ ਉਹਨਾਂ ਦਾ ਸਮਝਦਾ। ਤੇ ਉਹ ਭਾਈ ਸਾਹਿਬ ਕਹਿ ਰਹੇ ਆ ਪ੍ਰਵਕਤਾ ਜਿਹੜੇ ਪ੍ਰਦੇਸ਼ ਕਾਂਗਰਸ ਦੇ, ਸਿੱਧੂ ਸਾਹਿਬ ਪ੍ਰਵਕਤਾ ਜੀ ਨੂੰ ਪਹਿਲਾਂ ਬੋਲਣ ਤੋਂ ਪਹਿਲਾਂ ਦੱਸਿਆ ਕਰੋ ਪ੍ਰੋਟੋਕੋਲ ਕੀ ਹੈ। ਤੁਸੀਂ ਇੰਟਰਨੈਸ਼ਨਲ ਲੈਵਲ ਤੇ ਬੈਠੇ ਹੋ, ਚੈਨਲਾਂ ਤੇ ਬੋਲਣ ਲੱਗੇ ਤਾਂ ਦੇਖ ਲਓ। ਪ੍ਰਵਕਤਾ ਕਹਿ ਰਹੇ ਆ ਤਾਂ BJP ਪ੍ਰਚਾਰ ਕਰ ਰਹੀ ਹੈ, BJP ਸਾਡੇ ਖਿਲਾਫ ਪ੍ਰਚਾਰ ਕਰ ਰਹੀ ਹੈ, ਉਹ ਛੜਯੰਤਰ ਕਰ ਰਹੀ ਹੈ। ਉੱਥੇ ਕੋਈ ਇੰਜਰਡ ਨਹੀਂ ਹੋਇਆ, ਕੋਈ ਜ਼ਖਮੀ ਨਹੀਂ ਹੋਇਆ, ਗਲਤ ਪ੍ਰਚਾਰ ਕਰ ਰਹੇ ਆ। ਇਹਦਾ ਮਤਲਬ ਕੋਈ ਜ਼ਖਮੀ ਹੋਵੇ ਤਾਂ ਤੁਹਾਨੂੰ ਪਤਾ ਲੱਗੇ ਕਿ ਸਿਕਿਉਰਿਟੀ ਲੈਪਸ ਹੋਈ ਹੈ, ਕੋਈ ਇੰਜਰਡ ਹੋਵੇ ਤਾਂ ਪਤਾ ਲੱਗੇ ਤੁਹਾਨੂੰ ਸਿਕਿਉਰਿਟੀ ਲੈਪਸ ਹੋਈ ਹੈ। ਜਿੱਥੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਗੱਡੀ ਖੜੀ ਹੈ, ਉਹਦੇ ਸੱਜੇ ਹੱਥ ਕੇ ਗੱਡੀ ਰਿਕਾਰਡਿੰਗ ਕਰ ਰਹੀ ਹੈ, ਉਲਟ ਸਾਈਡ ਖੜੀ ਹੈ, ਰੋਂਗ ਸਾਈਡ ਆ ਕੇ ਖੜੀ ਹੈ। ਉਹ ਗੱਡੀ ਉਹ 5 ਬੰਦਿਆਂ ਦੀ ਵੀਡੀਓ ਬਣਾ ਰਹੀ ਹੈ ਜਿਹੜੇ ਭੱਜ ਰਹੇ ਆ, ਉਹ ਜਾ ਰਿਹਾ ਪ੍ਰਧਾਨ ਮੰਤਰੀ, ਉਹ ਜਾ ਰਿਹਾ। ਕਿੱਦਾਂ ਨਹੀਂ ਸਿਕਿਉਰਿਟੀ ਲੈਪਸ ਯਾਰ? ਫਿਰ ਜਿਸ ਪਾਸੇ ਗੱਡੀ ਖੜੀ ਪ੍ਰਧਾਨ ਮੰਤਰੀ ਸਾਹਿਬ ਦੀ ਗੱਡੀ ਜਾ ਰਹੀ ਹੈ, ਉਹਦੇ ਉਲਟ ਪਾਸੇ ਟਰੱਕ ਖੜਾ ਹੈ, ਕਿਉਂ ਸਿਕਿਉਰਿਟੀ ਲੈਪਸ ਨਹੀਂ ਹੈ? ਚਲੋ ਚੰਨੀ ਸਾਹਿਬ ਕਹਿੰਦੇ ਮੈਨੂੰ ਕੋਵਿਡ ਸੀ, ਮੈਂ ਨਹੀਂ ਜਾ ਸਕਿਆ। 2 ਡਿਪਟੀ ਮੁੱਖ ਮੰਤਰੀ ਸੀਗੇ,
ਡਿਊਟੀ ਦੇ ਸਕਦੇ ਸੀਗੇ, ਉਹ ਚੈੱਕ ਕਰ ਸਕਦੇ ਸੀਗੇ। ਸਾਡੀ ਇੱਕ ਡਿਊਟੀ ਬਣਦੀ ਹੈ, ਸਾਡੇ ਇੱਕ ਗੈਸਟ ਆਇਆ ਸੇਫ ਆਇਆ, ਉਹਨੂੰ ਸੇਫ ਪਤਾ ਚ ਰੱਖ ਕੇ ਉਹਨੂੰ ਵਾਪਸ ਭੇਜੀਏ। ਕੀ ਇਹ ਪ੍ਰੋਟੋਕਾਲ ਵੀ ਹੈਗਾ ਇਦਾਂ ਦਾ ਕਿ ਸੀਐਮ ਨੂੰ ਜਿੱਥੇ ਪੀਐਮ ਸਾਹਿਬ ਜਾਂਦੇ ਹੈ ਉੱਥੇ ਦੇ ਸੀਐਮ ਨੂੰ, ਜਾਂ ਜੇ ਸੀਐਮ ਨਹੀਂ ਹੈ ਤਾਂ ਡਿਪਟੀ ਸੀਐਮ ਦਾ, ਜਿੱਥੇ ਤੱਕ ਸਾਨੂੰ ਲੱਗਦਾ ਇਦਾਂ ਦਾ ਕੋਈ ਪ੍ਰੋਟੋਕਾਲ ਵੀ ਹੈਗਾ? ਬਿਲਕੁਲ ਪ੍ਰੋਟੋਕਾਲ ਹੈਗਾ। ਅਗਰ ਪੀਐਮ ਆਂਦਾ ਤਾਂ ਸੀਐਮ ਦੀ ਡਿਊਟੀ ਬਣਦੀ ਰਿਸੀਵ ਕਰਨਾ। ਕੈਪਟਨ ਅਮਰਿੰਦਰ ਸਿੰਘ ਰਿਸੀਵ ਕਰਨ ਗਏ ਸੀ ਸਾਡੇ ਨਾਲ, ਇਹ ਤਾਂ ਉਹਨਾਂ ਦੀ ਡਿਊਟੀ ਬਣਦੀ ਹੈ। ਇੱਕ ਆਨਰ ਕਰਨਾ ਹੁੰਦਾ ਹੈ ਗੈਸਟ ਨੂੰ। ਜਿਵੇਂ ਉਹਨੇ ਚੰਨੀ ਸਾਹਿਬ ਨੇ ਕੱਲ ਹੀ ਲਾਈਵ ਹੋ ਕੇ ਕਹਿ ਦਿੱਤਾ ਸੀ ਕਿ ਮੇਰੇ ਆਫਿਸ ਦੇ ਵਿੱਚ 1-2 ਬੰਦੇ ਕੋਵਿਡ ਪੋਜ਼ਿਟਿਵ ਆ ਗਏ ਹੈ, ਸੋ ਮੈਂ ਉਸ ਹਿਸਾਬ ਨਾਲ ਜ਼ੂਮ ਤੇ ਮਿਲਾਂਗਾ। ਸੋ ਇਹੋ ਜਿਹੇ ਕਿਤੇ ਨਾ ਕਿਤੇ ਇਹ ਤਾਂ ਲੱਗਦਾ ਕਿ ਉਹਨਾਂ ਨੂੰ ਪ੍ਰੋਬਲਮ ਸੀਗੀ, ਉਹਨਾਂ ਨੇ ਤਾਂ ਕੋਵਿਡ ਦੀ ਹਿਦਾਇਤਾਂ ਨੂੰ ਹੀ ਮੰਨਿਆ। ਚਲੋ ਉਹਨਾਂ ਨੂੰ ਕੋਵਿਡ ਸੀਗੀ, 2 ਡਿਪਟੀ ਸੀਐਮ ਸੀਗੇ, ਪੰਜਾਬ ਦੇ ਪ੍ਰਧਾਨ ਸੀਗੇ ਸਿੱਧੂ ਸਾਹਿਬ, ਉਹ ਹੈ ਨਾ ਪ੍ਰੋਟੋਕੋਲ ਲੋਕਾਂ ਨੂੰ ਸਿਖਾਉਂਦੇ ਆ, ਉਹ ਵੀ ਜਾ ਸਕਦੇ ਸੀ ਨਾਲ। ਯਾਰ ਇੱਕ ਗੈਸਟ ਆਏ ਆ ਸਾਡੇ ਕੋਲ, ਇੰਟਰਨੈਸ਼ਨਲ ਫੇਮ ਫਿਗਰ ਹੈ ਸਾਡੇ ਪ੍ਰਾਈਮ ਮਿਨਿਸਟਰ। ਜਦ ਬੰਦਾ ਇੱਕ ਪ੍ਰਾਈਮ ਮਿਨਿਸਟਰ ਬਣਦਾ, ਉਹ ਕਿਸੇ ਪਾਰਟੀ ਦਾ ਪ੍ਰਾਈਮ ਮਿਨਿਸਟਰ ਨਹੀਂ ਹੁੰਦਾ, ਦੇਸ਼ ਦਾ ਪ੍ਰਾਈਮ ਮਿਨਿਸਟਰ ਆ ਉਹ ਸਾਡਾ ਸਭ ਦਾ ਪ੍ਰਾਈਮ ਮਿਨਿਸਟਰ ਹੈ। ਉਹ ਕਾਂਗਰਸ ਦਾ ਵੀ ਪ੍ਰਾਈਮ ਮਿਨਿਸਟਰ ਹੈ, ਉਹ ਬੀਜੇਪੀ ਦਾ ਵੀ ਪ੍ਰਾਈਮ ਮਿਨਿਸਟਰ ਹੈ, ਅਕਾਲੀਆਂ ਦਾ ਵੀ ਪ੍ਰਾਈਮ ਮਿਨਿਸਟਰ ਹੈ। ਟੋਟਲ ਜਿੰਨੀ ਹਿੰਦੁਸਤਾਨ ਦੀ ਪਾਪੂਲੇਸ਼ਨ ਹੈ, ਕੁੱਲ ਮਿਲਾ ਕੇ ਜੇ ਗੱਲਬਾਤ ਕਰੀਏ ਜਗਮੋਹਨ ਜੀ, ਜਿਵੇਂ ਕਿ ਜਿੱਦਾਂ ਦਾ ਅੱਜ ਦਾ ਮਾਹੌਲ ਸੀ ਕਿ ਇੱਕ ਪ੍ਰਾਈਮ ਮਿਨਿਸਟਰ ਨੂੰ ਸੜਕ ਤੇ ਖੜਨਾ ਪਿਆ 15 ਤੋਂ 20 ਮਿੰਟ ਤੱਕ, ਸੋ ਤੁਸੀਂ ਇਹਨੂੰ ਕੀ ਮੰਨਦੇ ਹੋ? ਤੁਹਾਡੇ ਨਜ਼ਰੀਏ 'ਚ ਬੇਸਿਕਲੀ ਐਕਚੁਅਲੀ ਸਿਕਿਉਰਿਟੀ 'ਚ ਲੈਪਸ ਹੈਗਾ? ਬਿਲਕੁਲ ਲੈਪਸ ਹੈਗਾ। ਤੁਸੀਂ ਦੇਖੋ ਜਦ ਸੱਜੇ ਹੱਥ ਇੱਕ ਰੌਂਗ ਸਾਈਡ ਤੇ ਗੱਡੀ ਵੀਡੀਓ ਬਣਾ ਰਹੀ ਹੈ ਭੱਜਦੇ ਬੰਦਿਆਂ ਦੀ, ਇਹ ਲੈਪਸ ਨਹੀਂ ਤਾਂ ਹੋਰ ਕੀ ਹੈ? ਸਾਹਮਣੇ ਰੌਂਗ ਸਾਈਡ ਆ ਕੇ ਟਰੱਕ ਖੜ ਗਿਆ ਆ ਕੇ, ਇਹ ਲੈਪਸ। ਤੁਸੀਂ ਸਭ ਤੋਂ ਬੜੀ ਗੱਲ ਤੁਹਾਨੂੰ ਸੰਦੀਪ ਜੀ ਦੱਸਾਂ, ਸੰਦੀਪ ਜੀ ਜਿਸ ਰਸਤੇ ਪ੍ਰਾਈਮ ਮਿਨਿਸਟਰ ਨੇ ਜਾਣਾ ਹੁੰਦਾ ਹੈ ਉਸ ਰਸਤੇ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ। ਜਿਹੜੀ ਗੱਡੀ 'ਚ ਉਹਨਾਂ ਦੀ ਸਿਕਿਉਰਿਟੀ ਬੈਠੀ ਹੁੰਦੀ ਹੈ ਉਹਦੇ 'ਚ ਵੀ ਚੰਦ ਬੰਦੇ ਨੂੰ ਪਤਾ ਹੁੰਦਾ ਕਿਹੜੇ ਰਾਹ ਜਾਣਾ ਹੈ। ਉਹ ਰਸਤਾ ਸੁਝਾਅ ਕਰਨਾ ਹੁੰਦਾ ਗੌਰਮੈਂਟ ਦੇ, ਪੁਲਿਸ ਨੇ ਸੁਝਾਅ ਕਰਨਾ ਹੁੰਦਾ ਵੀ ਇਸ ਰਸਤੇ ਤਾਂ ਨਹੀਂ। ਇੰਨੀ ਹਾਈ ਸਿਕਿਉਰਿਟੀ, ਇੰਨੀ ਹਾਈ ਇੰਟੈਲੀਜੈਂਸ ਲੁਕੂਨੇ ਰੱਖੇ ਜਾਂਦੇ ਆ ਕਿ ਪਤਾ ਹੀ ਨਹੀਂ ਹੁੰਦਾ। ਕਿਉਂਕਿ ਤੁਸੀਂ ਤਾਂ ਰਹੇ ਹੋ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇੱਕ ਨਹੀਂ 2 ਵਾਰ ਤੁਹਾਨੂੰ ਰਿਸੀਵ ਕਰਨ ਦਾ ਮੌਕਾ ਮਿਲਿਆ ਔਰ ਸਾਰਾ ਕਾਫਲੇ ਨੂੰ ਅੱਗੇ ਲੀਡ ਕਰਨ ਦਾ ਮੌਕਾ ਮਿਲਿਆ, ਸੋ ਤੁਸੀਂ ਜ਼ਿਆਦਾ ਬੈਟਰ ਦੱਸ ਸਕਦੇ। ਮੈਂ ਤਾਂ 2 ਵਾਰ ਤੁਹਾਨੂੰ ਦੱਸਿਆ, ਅਪੋਲੋ ਹਸਪੀਟਲ ਦੀ ਓਪਨਿੰਗ ਸੀਗੀ, ਉਦੋਂ ਵੀ ਡਾਕਟਰ ਮਨਮੋਹਨ ਸਿੰਘ ਆਏ ਸੀਗੇ 6 ਦੇ ਵਿੱਚ ਵੀ, ਉਦੋਂ ਵੀ ਉਹਨਾਂ ਨੂੰ ਮੈਂ ਰਿਸੀਵ ਕੀਤਾ। ਮਸਲਾ ਹੈ ਵੀ ਸਿਕਿਉਰਿਟੀ ਤਾਂ ਬਹੁਤ ਟਾਈਟ ਹੁੰਦੀ ਇਹਨਾਂ ਦੀ, ਇਹ ਸਿਕਿਉਰਿਟੀ ਦਾ ਪਤਾ ਹੀ ਨਹੀਂ ਲੱਗਿਆ ਇਹ ਹੋਇਆ ਕੀ ਹੈ। ਇਹ ਬਹੁਤ ਵੱਡੀ ਪੰਜਾਬ ਤੇ ਕਲੰਕ ਹੈ, ਸਾਡੀ ਬਹੁਤ ਵੱਡੀ ਬਦਨਾਮੀ ਹੈ ਇੰਟਰਨੈਸ਼ਨਲ ਲੈਵਲ ਤੇ ਵੀ ਅਸੀਂ ਇੱਕ ਪ੍ਰਾਈਮ ਮਿਨਿਸਟਰ ਨੂੰ ਸੁਰੱਖਿਅਤ ਸੱਤਾ 'ਚ ਲੈ ਕੇ ਉਹਨਾਂ ਨੂੰ ਵਾਪਸ ਭੇਜਣ ਲੱਗੇ, ਉਹ ਜਾਂਦੇ ਇਹ ਵਿਚਾਰ ਦੇ ਕੇ ਜਾਣ ਵੀ ਸ਼ੁਕਰ ਹੈ ਮੈਂ ਜਿੰਦਾ ਵਾਪਸ ਜਾ ਰਿਹਾ। ਸਾਡੇ ਲਈ ਤਾਂ ਬੇਇੱਜ਼ਤੀ ਹੈ ਪੰਜਾਬ ਦੇ ਲਈ। ਮੈਂ ਗੱਲਬਾਤ ਕਰਨਾ ਚਾਹਾਂਗਾ ਜਗਮੋਹਨ ਜੀ, ਜਿਹੜੇ ਗੱਲਬਾਤ ਜਿੱਦਾਂ ਤੁਸੀਂ ਵੀ ਕਿਹਾ ਕਿ ਕਾਂਗਰਸ ਦੇ ਲੋਕ ਇਹ ਕਹਿ ਰਹੇ ਹੈ ਕਿ ਨਹੀਂ ਇਹ ਪ੍ਰੋਪੋਗੰਡਾ ਕੀਤਾ ਜਾ ਰਿਹਾ, ਇਹ ਸਾਡੇ ਵੱਲੋਂ ਇੱਦਾਂ ਦਾ ਨਹੀਂ ਸੀ। ਸੀਐਮ ਚੰਨੀ ਦਾ ਵੀ ਬਿਆਨ ਆ ਚੁੱਕਾ ਹੈ ਕਿ ਨਹੀਂ ਮੈਂ ਤਾਂ ਮੈਨੂੰ ਕੋਵਿਡ ਹੋ ਗਿਆ ਸੀ ਤਾਂ ਮੈਂ ਨਹੀਂ ਆ ਪਾਇਆ। ਸੋ ਇਹ ਸਾਰੇ ਤੇ ਤੁਸੀਂ ਕਿੱਦਾਂ ਦੇਖਦੇ ਹੋ ਕਿ ਕਿੱਥੇ ਲੈਪਸ ਹੋਇਆ, ਕਿ ਕਿੱਥੇ ਸਿਕਿਉਰਿਟੀ ਦੀ ਜਿਹੜੀ ਹੈਗੀ ਹੈ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਜਦਕਿ ਉਹਨਾਂ ਦੇ ਨਾਲ ਤਾਂ ਨੈਸ਼ਨਲ ਸਿਕਿਉਰਿਟੀ ਵੀ ਹੁੰਦੀ ਹੈ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ। ਜਿਸ ਘਰ 'ਚ ਗੈਸਟ ਆਉਂਦਾ ਉਸ ਦੀ ਜ਼ਿੰਮੇਵਾਰੀ ਬਣਦੀ ਹੈ, ਘਰ ਦੇ ਮਾਲਕ ਦੀ ਜ਼ਿੰਮੇਵਾਰੀ ਬਣਦੀ ਹੈ। ਅਗਰ ਤੁਸੀਂ ਮੇਰੇ ਘਰ ਆਏ ਹੋ, ਇਹ ਮੇਰੀ ਰਿਸਪੌਂਸਿਬਿਲਿਟੀ ਹੈ ਸੰਦੀਪ ਜੀ, ਤੁਹਾਨੂੰ ਕਿੱਦਾਂ ਮੈਂ ਰਿਸੀਵ ਕਰਨਾ ਹੈ, ਕਿੱਦਾਂ ਤੁਹਾਡੀ ਰਿਸਪੈਕਟ ਕਰਨੀ ਹੈ, ਕਿੱਦਾਂ ਤੁਹਾਡੇ ਓਨਰ 'ਚ ਮੈਂ ਚਾਹ ਪਾਣੀ ਤੁਹਾਡੀ ਸੇਵਾ ਕਰਨੀ ਹੈ, ਕਿੱਦਾਂ ਤੁਹਾਨੂੰ ਮੈਂ ਰਿਸਪੈਕਟੇਬਲ ਤਰੀਕੇ ਨਾਲ ਸੀ ਆਫ ਕਰਨਾ ਹੈ। ਇਹ ਘਰ ਦੇ ਹੈਡ ਦੀ ਜ਼ਿੰਮੇਵਾਰੀ ਬਣਦੀ ਹੈ, ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ ਉਹਨਾਂ ਨੂੰ ਰਿਸੀਵ ਕਰਨਾ, ਵਧੀਆ ਤਰੀਕੇ ਉਹਨਾਂ ਦਾ ਫੰਕਸ਼ਨ ਨਿਪਟਵਾ ਕੇ ਉਹਨਾਂ ਨੂੰ ਸੁਰੱਖਿਅਤ ਹੱਥਾਂ 'ਚ ਵਾਪਸ ਭੇਜਣਾ, ਨਾ ਕਿ ਨਮੋਸ਼ ਕਰਕੇ ਭੇਜਣਾ, ਨਾ ਕਿ ਉਹਨਾਂ ਨੂੰ ਮਾਯੂਸ ਕਰਕੇ ਭੇਜਣਾ ਕਿ ਮੈਂ ਯਾਰ ਜਾਨ ਬਚਾ ਕੇ ਚੱਲੇ ਆ। ਚੰਨੀ ਸਾਹਿਬ ਨੂੰ ਕਹੋ ਤੁਹਾਡਾ ਥੈਂਕ ਯੂ, ਮੇਰੀ ਜਾਨ ਬਚ ਗਈ, ਤੁਹਾਡਾ ਥੈਂਕ ਯੂ। ਕਿਹਾ ਜਾ ਰਿਹਾ ਅਲੱਗ-ਅਲੱਗ ਜਗ੍ਹਾ ਤੇ ਕਿਸਾਨ ਜਥੇਬੰਦੀਆਂ ਵੱਲੋਂ ਨਾਕੇ ਲਗਾਏ ਗਏ ਸੀਗੇ। ਸੋ ਜਿਵੇਂ ਰਸਤੇ ਦੇ ਵਿੱਚੋਂ, ਜਿਵੇਂ ਕਾਰਾਂ ਦੇ ਵਿੱਚੋਂ ਆ ਰਹੇ ਸੀਗੇ, ਸੋ ਉਹਨਾਂ ਨੂੰ ਉਲਟਾ ਸਿਕਿਉਰ ਜਿਹੜਾ ਕਾਂਗਰਸ ਵੱਲੋਂ ਤਾਂ ਉਲਟਾ ਇਹ ਕਿਹਾ ਦੱਸਿਆ ਗਿਆ ਕਿ ਅੱਗੇ ਖਤਰਾ ਹੈਗਾ। ਸੋ ਜਿੱਦਾਂ ਦੀ ਉਹਨਾਂ ਦੀ ਇੰਟੈਲੀਜੈਂਸ ਉਹਨਾਂ ਨੂੰ ਪਤਾ ਲੱਗੀ, ਉਹ ਤਾਂ ਵਾਪਸ ਮੁੜ ਗਏ। ਸੰਦੀਪ ਜੀ ਹੁਸੈਨੀ ਵਾਲਾ ਤੋਂ 70 ਕਿਲੋਮੀਟਰ ਫਿਰੋਜ਼ਪੁਰ ਤਾਈਂ ਪਹੁੰਚ ਗਏ, ਉੱਥੇ ਤਾਈਂ ਕੋਈ ਕਿਸਾਨ ਜਥੇਬੰਦੀ ਨੇ ਨਹੀਂ ਰੋਕਿਆ ਰਸਤੇ, ਪਤਾ ਨਾ ਤੁਹਾਨੂੰ। ਜਾਂ 20 ਕਿਲੋਮੀਟਰ ਦਾ ਡਿਸਟੈਂਸ ਹੈਗਾ, ਉੱਥੇ ਕਿਸਾਨ ਜਥੇਬੰਦੀ ਆ ਗਈ ਹੈ ਯਾਰ। ਇਹ ਸਿਕਿਉਰਿਟੀ ਲੈਪਸ ਨਹੀਂ ਹੋਰ ਕੀ ਹੈ, ਕਿੱਥੋਂ ਆ ਗਏ ਇੱਕਦਮ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇੰਨੀ ਹਾਈ ਸਿਕਿਉਰਿਟੀ ਹੁੰਦੀ ਹੈ ਕਿ ਉੱਥੇ ਤਾਂ ਚਿੜੀ ਨਹੀਂ ਉੜ ਸਕਦੀ, ਤੇ ਇੱਥੇ ਇੰਨੇ ਬੜੇ ਲੋਕ ਕਿੱਥੋਂ ਆ ਗਏ, ਟਰੱਕ ਕਿੱਥੋਂ ਖੜਾ ਸੀਗਾ। ਜਦ ਬੱਸਾਂ ਰੋਕੀਆਂ ਗਈਆਂ ਸੀਗੀਆਂ ਉੱਥੇ ਹੀ ਇਹਨਾਂ ਕਿਸਾਨ ਵੀਰਾਂ ਨੂੰ ਸਮਝਾਉਣਾ ਚਾਹੀਦਾ ਸੀ ਵੀ ਅੱਜ ਇਹ ਸਾਡੇ ਗੈਸਟ ਹੈ, ਤੁਸੀਂ ਪ੍ਰੋਟੈਸਟ ਕਰਨਾ ਤੁਹਾਡਾ ਰਾਈਟ ਹੈ, ਤੁਸੀਂ ਜ਼ਰੂਰ ਪ੍ਰੋਟੈਸਟ ਕਰੋ, ਕੋਈ ਤਰੀਕਾ ਤਾਂ ਸੁਝਾਅ ਕਰੋ ਵੀ ਕਿਸ ਤਰੀਕੇ ਤੁਸੀਂ ਘਰ ਆਏ ਗੈਸਟ ਦੇ ਅਗੇਂਸਟ ਤੁਸੀਂ ਧਰ ਦਿੰਦੇ ਰਹੇ। ਤੁਹਾਡੇ ਕਹਿਣ ਦਾ ਮਤਲਬ ਤੁਸੀਂ ਸਰੇਆਮ ਆਰੋਪ ਲਗਾ ਰਹੇ ਹੋ ਕਿ ਕਿਤੇ ਨਾ ਕਿਤੇ ਕਾਂਗਰਸ ਦੀ ਆਪਣੀ ਖੁਦ ਦੀ ਸਾਜ਼ਿਸ਼ ਹੈਗੀ। ਮੈਂ ਤਾਂ ਨਹੀਂ ਕਹਿ ਸਕਦਾ, ਲੋਕ ਬੜੇ ਸਿਆਣੇ ਹੈ, ਲੋਕ ਬੜੇ ਸਮਝਦਾਰ ਹੈ, ਪੜ੍ਹੇ ਲਿਖੇ ਲੋਕ ਹੈ, ਉਹ ਆਪੇ ਹੀ ਕੈਲਕੂਲੇਸ਼ਨ ਕਰ ਲੈਣੀ ਉਹਨਾਂ ਨੇ। ਟੀਵੀ ਦੇਖ ਕੇ ਸਭ ਕੁਝ ਉਹਨਾਂ ਨੂੰ ਪਤਾ ਕੀ ਆ ਰਿਹਾ ਹੈ, ਕੀ ਉਹਨਾਂ ਦੀ ਸਮਝ 'ਚ ਬਹਿੰਦਾ ਹੈ, ਕੀ ਹੋਇਆ ਕੀ ਨਹੀਂ ਹੋਣਾ ਚਾਹੀਦਾ। ਜਨਤਾ ਬੜੀ ਸਿਆਣੀ ਹੈ। ਮੈਂ ਨਹੀਂ ਕਹਿੰਦਾ ਕਿਸੇ ਦੀ ਸਾਜ਼ਿਸ਼ ਹੈ,
ਮੈਂ ਸਾਜ਼ਿਸ਼ ਕਰਾਰ ਨਹੀਂ ਦਵਾਂਗਾ। ਕਿਤੇ ਨਾ ਕਿਤੇ ਸਰ ਜਿਵੇਂ ਤੁਸੀਂ ਜਿਹੜਾ ਸਿਕਿਉਰਿਟੀ ਲੈਪਸ ਆ ਕਹਿ ਹੀ ਰਹੇ ਹੋ ਨਾ, ਸਿਕਿਉਰਿਟੀ ਲੈਪਸ ਆ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ। ਅਸੀਂ ਦੇਖਿਆ ਅਕਸਰ ਜਦੋਂ ਸੀਐਮ ਵੀ ਆਂਦਾ, ਇੱਕ ਸੀਐਮ ਵੀ ਆਂਦਾ ਕਿਸੇ ਪ੍ਰਦੇਸ਼ ਦਾ, ਅਸੀਂ ਵੀ ਬਹੁਤ ਵਾਰੀ ਪ੍ਰੈਸ ਕਾਨਫਰੰਸ 'ਚ ਗਏ, ਉੱਥੇ ਵੀ ਜੈਮਰ ਲੱਗ ਜਾਂਦੇ, ਉਹਨਾਂ ਦੇ ਵੀ ਰੂਟ ਨਹੀਂ ਪਤਾ ਹੁੰਦੇ, ਸੀਐਮ ਦੇ ਨਹੀਂ ਪਤਾ ਹੁੰਦੇ, ਤੇ ਸਾਡੇ ਪੀਐਮ ਸੀਗੇ। ਸੋ ਇੰਨਾ ਵੱਡੀ ਨਲਾਇਕੀ ਕਿੱਦਾਂ? ਤੁਹਾਨੂੰ ਪਤਾ ਹੈ ਸੀਐਮ ਸਾਹਿਬ ਜਦ ਚੰਨੀ ਸਾਹਿਬ ਚੱਲਦੇ ਆ ਚੰਡੀਗੜ੍ਹ ਤੋਂ ਬਾਈ ਰੋਡ ਜਿੱਥੇ ਵੀ ਜਾਂਦੇ ਆ, ਸਾਰੇ ਰਸਤੇ ਖੱਬੇ ਸੱਜੇ ਪੰਜਾਬ ਪੁਲਿਸ ਦੇ ਕਰਮਚਾਰੀ ਖੜੇ ਹੁੰਦੇ 20 ਫੁੱਟ ਤੇ, ਉਲਟਾ ਮੂੰਹ ਕਰਕੇ, ਉਲਟੇ ਪਾਸੇ ਮੂੰਹ ਕਰਕੇ, ਵੀ ਇੱਧਰੋਂ ਕੋਈ ਬੱਟਾ ਨਾ ਮਾਰ ਜੇ ਜਾਂ ਇੱਧਰੋਂ ਕੋਈ ਨਿਕਲ ਕੇ ਕੋਈ ਸ਼ਰਾਰਤ ਨਾ ਕਰ ਦੇਵੇ। ਦੋਵੇਂ ਪਾਸੇ ਫੁੱਲ ਸੀਲ ਹੁੰਦੇ ਆ ਸੀਐਮ ਸਾਹਿਬ ਦੇ ਲਈ। ਬਿਲਕੁਲ ਠੀਕ ਹੈ। ਜੇ ਸੀਐਮ ਸਾਹਿਬ ਲਈ ਦੋਨੇ ਰਸਤੇ ਸੀਲ ਹੁੰਦੇ ਆ ਤੇ ਪੀਐਮ ਸਾਹਿਬ ਦੇ ਲਈ ਕਿੱਥੋਂ ਆ ਕੇ ਲੋਕ ਜਾਣ? ਠੀਕ ਹੈ, ਉਹਨਾਂ ਨੇ ਧਰਨਾ ਦੇਣਾ ਸੀ, ਉਹਨਾਂ ਨੇ ਪ੍ਰੋਟੈਸਟ ਕਰਨਾ ਸੀਗਾ, 1 ਸਾਲ ਪ੍ਰੋਟੈਸਟ ਕੀਤਾ ਹੈ। ਸਾਰਾ ਹਿੰਦੁਸਤਾਨ ਦਾ ਬੱਚਾ ਕਿਸਾਨਾਂ ਦੇ ਨਾਲ ਖੜਿਆ। ਅਸੀਂ ਖੁਦ ਕਿਸਾਨਾਂ ਦੀ ਫੇਵਰ 'ਚ ਖੜੇ ਸੀ ਵੀ ਨਹੀਂ ਯਾਰ ਇਹਨਾਂ ਨਾਲ ਧੱਕਾ ਹੋ ਰਿਹਾ, ਇਹ ਨਹੀਂ ਹੋਣਾ ਚਾਹੀਦਾ। ਸਾਰੀ ਜਨਤਾ ਕਿਸਾਨਾਂ ਦੇ ਨਾਲ ਸੀ। ਪਰ ਅੱਜ ਦਾ ਜਿਹੜਾ ਇਹਨਾਂ ਦਾ ਸੀਗਾ ਨਾ, ਮੈਂ ਜਗਮੋਹਨ ਜੀ ਇੱਕ ਚੀਜ਼ ਪੁੱਛਣਾ ਚਾਹਾਂਗਾ, ਕਿਸਾਨ ਜਿਹੜੇ ਸੀਗੇ ਵੀਰ, ਜਿਹੜੇ ਜਥੇਬੰਦੀਆਂ ਸੀਗੀਆਂ ਜਿਨ੍ਹਾਂ ਨੇ ਧਰਨਾ ਲਾਇਆ ਸੀ, ਉਹਨਾਂ ਨੂੰ ਅਸੀਂ ਵੀ ਪਿਛਲੇ ਕੁਝ ਸਮੇਂ 'ਚ ਉਹਨਾਂ ਨੂੰ ਰੂਬਰੂ ਹੋਣ ਦਾ ਮੌਕਾ ਮਿਲਿਆ, ਜਾਂ ਉਹਨਾਂ ਨੂੰ ਅਸੀਂ ਇੱਕ ਵਾਰੀ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਕਿ ਹੁਣ ਜਿਹੜਾ ਬੀਜੇਪੀ ਦੇ ਲੋਕ ਇਲੈਕਸ਼ਨ ਲੜ ਰਹੇ, ਤੇ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਹੁਣ ਚਾਹੇ ਬੀਜੇਪੀ ਹੋਵੇ ਚਾਹੇ ਅਕਾਲੀ ਹੋਵੇ, ਹੁਣ ਕਿਉਂਕਿ ਉਹਨਾਂ ਨੇ ਬਿੱਲ ਵਾਪਸ ਲੈ ਲਏ, ਹੁਣ ਸਾਡਾ ਕੋਈ ਰੌਲਾ ਨਹੀਂ। ਸੋ ਇਹ ਨਹੀਂ ਲੱਗਦਾ ਕਿ ਇੱਕ ਪਾਸੇ ਤਾਂ ਕਿਸਾਨ ਇੱਦਾਂ ਦੀ ਸਟੇਟਮੈਂਟ ਦੇ ਰਹੇ ਹੋਣ ਔਰ ਦੂਜੇ ਪਾਸੇ ਇੱਦਾਂ ਦੀ ਚੀਜ਼ ਹੋ ਰਹੀ ਹੋਵੇ, ਇਹਦੇ ਪਿੱਛੇ ਕੋਈ ਰਾਜਨੀਤਿਕ ਸਾਜ਼ਿਸ਼ ਵੀ ਹੋ ਸਕਦੀ ਹੈ? ਸੰਦੀਪ ਜੀ, ਮਸਲਾ ਕਿਸਾਨਾਂ ਦਾ ਔਰ ਕਾਂਗਰਸ ਦਾ ਜਾਂ ਬੀਜੇਪੀ ਦਾ ਮਸਲਾ ਨਹੀਂ ਹੈ। ਮਸਲਾ ਤਾਂ ਇੱਕ ਪ੍ਰਾਈਮ ਮਿਨਿਸਟਰ, ਉਸ ਪ੍ਰਾਈਮ ਮਿਨਿਸਟਰ ਦਾ ਮਸਲਾ ਹੈ ਜਿਹੜਾ ਇੰਟਰਨੈਸ਼ਨਲ ਫੇਮ ਫਿਗਰ ਹੈ, ਜਿਹਨੂੰ ਸਾਰੀ ਦੁਨੀਆ ਹੱਥਾਂ ਤੇ ਚੱਕਦੀ ਹੈ। ਅੱਜ ਉਹ ਪ੍ਰਾਈਮ ਮਿਨਿਸਟਰ ਦੇ ਨਾਲ ਐਸਾ ਬਿਹੇਵ ਹੋਇਆ ਪੰਜਾਬ 'ਚ, ਉਹ ਦੁਖਦਾਈ ਹੋਇਆ। ਨਹੀਂ, ਮੈਂ ਇਹ ਪੁੱਛਣਾ ਚਾਹੁੰਦਾ, ਇਹ ਤਾਂ ਨਹੀਂ ਕਿਤੇ ਕਿਸਾਨਾਂ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ? ਕਿਉਂਕਿ ਦੇਖੋ, ਕਿਸਾਨ ਇੱਕ ਪਾਸੇ ਤਾਂ ਇੱਦਾਂ ਦਾ ਬਿਆਨ ਦੇ ਰਹੇ ਸੀਗੇ ਕਿ ਜੀ ਹੁਣ ਸਾਨੂੰ ਕੋਈ ਸਾਡੇ ਬਿੱਲ ਵਾਪਸ ਹੋ ਗਏ, ਫਿਰ ਚਾਹੇ ਬੀਜੇਪੀ ਲੜੇ, ਚਾਹੇ ਅਕਾਲੀ ਲੜੇ, ਚਾਹੇ ਕਾਂਗਰਸ ਲੜੇ, ਚਾਹੇ ਆਮ ਆਦਮੀ ਲੜੇ, ਜਿਹਦੀ ਮਰਜ਼ੀ ਹੈ ਉਹਨੂੰ ਵੋਟ ਪਾਏਗਾ, ਸਾਨੂੰ ਕਿਸੇ ਨਾਲ ਕੋਈ ਹੁਣ ਵੈਰ ਦਵੇਸ਼ ਨਹੀਂ ਹੈਗਾ, ਜਦ ਤੱਕ ਲੜਾਈ ਸੀਗੀ। ਤੇ ਇੱਕ ਪਾਸੇ ਕਿਸਾਨਾਂ ਦੇ ਇੱਦਾਂ ਦਾ ਬਿਆਨ ਹੋਣਾ, ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦਾ ਨਾਮ ਲੈ ਕੇ ਹੀ ਇੱਦਾਂ ਦਾ ਕਹਿਣਾ ਕਿ ਧਰਨੇ ਦੇ। ਸੋ ਇੱਕ ਕੁੱਲ ਮਿਲਾ ਕੇ ਗੱਲ ਨਹੀਂ ਸਮਝ ਲੱਗ ਰਹੀ। ਇਹਦੇ ਵਿੱਚ ਤੁਸੀਂ ਰਾਜਨੀਤਿज्ञ ਵੀ ਹੈਗੇ ਹੋ ਔਰ ਕਾਫੀ ਤੁਸੀਂ ਰਾਜਨੀਤਿਕ 'ਚ ਜਿਹੜੇ ਉਥਲ-ਪੁਥਲ ਵੀ ਦੇਖੇ, ਸੋ ਤੁਹਾਡਾ ਤਜਰਬਾ ਕੀ ਕਹਿੰਦਾ? ਦੇਖੋ, 36 ਜਥੇਬੰਦੀਆਂ ਦੇ ਪ੍ਰਮੁੱਖ ਲੀਡਰ ਹੈ, ਬੜੇ ਲੀਡਰ, ਰਾਜੀਵਾਲ ਸਾਹਿਬ ਹੈ, ਹੋਰ ਲੀਡਰ ਹੈਗੇ ਇਹਨਾਂ ਦੇ, ਚੁਡੂਨੀ ਜੀ ਹੈ। ਕੋਈ ਐਸਾ ਲੀਡਰ ਤਾਂ ਨਜ਼ਰ ਆਇਆ ਨਹੀਂ, ਜੇ ਆਇਆ ਤਾਂ ਤੁਸੀਂ ਦੱਸੋ। 36 ਜਥੇਬੰਦੀਆਂ 'ਚੋਂ ਕੋਈ ਵੀ ਲੀਡਰ ਕਿਸਾਨ ਯੂਨੀਅਨ ਦਾ ਹੈ ਹੀ ਨਹੀਂ ਸੀ ਯਾਰ। ਕਿਉਂ ਕਿਸਾਨਾਂ ਨੂੰ ਬਦਨਾਮ ਕਰਦੇ ਹੋ ਤੁਸੀਂ? ਕੋਈ ਵੀ ਲੀਡਰ ਕਿਸਾਨਾਂ ਦਾ ਉੱਥੇ ਮੌਕੇ ਤੇ ਨਹੀਂ ਸੀ। ਨਾ ਤਾਂ ਕਿਸੇ ਵੀ ਮੂਵੀ 'ਚ ਦੇਖਿਆ, ਨਾ ਕਿਸੇ ਮੀਡੀਆ 'ਚ ਦੇਖਿਆ। 36 ਜਥੇਬੰਦੀਆਂ ਜਦ ਇਕੱਠੀਆਂ ਚੱਲ ਕੇ ਸੰਘਰਸ਼ ਕੀਤਾ 13 ਮਹੀਨੇ, ਤੇ ਇਹਨਾਂ 'ਚ ਤਾਂ 36 ਜਥੇਬੰਦੀਆਂ 'ਚੋਂ ਮੈਨੂੰ ਕੋਈ ਸਰਕਾਰ ਦਾ ਲੀਡਰ ਨਜ਼ਰ ਨਹੀਂ ਆਇਆ ਕਿਸੇ ਨੂੰ ਵੀ। ਕਿਤੇ ਨਾ ਕਿਤੇ ਤੁਸੀਂ ਇਹ ਕਹਿ ਸਕਦੇ ਹੋ, ਤੁਹਾਨੂੰ ਸ਼ੁਬਾ ਹੈਗਾ ਕਿ ਸ਼ਾਇਦ ਇਹ ਕਿਸਾਨਾਂ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ? ਹੋ ਸਕਦਾ ਹੈ ਕਿਉਂਕਿ ਜਦ ਮੇਨ ਲੀਡਰ ਹੀ ਕੋਈ ਨਹੀਂ ਸੀ ਉਹਨਾਂ ਦਾ। ਜਥੇਬੰਦੀ 36 ਜਥੇਬੰਦੀਆਂ ਜਿਨ੍ਹਾਂ ਨੇ ਇਕਜੁੱਟ ਹੋ ਕੇ ਕਿਸਾਨ ਮੋਰਚਾ ਚਲਾਇਆ, ਉਹ ਕਿਸਾਨ ਨਹੀਂ ਸੀ ਜਾਂ ਇਹ ਕਿਸਾਨ ਨਹੀਂ? ਹਾਂ, ਮਤਲਬ ਕੁਛ ਤਾਂ ਹੋਵੇਗਾ ਨਾ ਜੀ। ਉਹਨਾਂ 'ਚ ਕੋਈ ਵੀ ਲੀਡਰ ਨਹੀਂ ਹੈ। 36 ਐਡੇ ਬੜੀਆਂ ਜਥੇਬੰਦੀਆਂ ਜਿਨ੍ਹਾਂ ਨੇ ਸਾਰੀ ਦੁਨੀਆ 'ਚ ਇੱਕ ਦੱਸਤਾ ਵੀ ਕਿਹਨੂੰ ਧਰਨਾ ਕਹਿੰਦੇ ਆ, ਉਹ 'ਚ ਜਥੇਬੰਦੀ ਤੋਂ ਕੋਈ ਲੀਡਰ ਹੈ ਹੀ ਨਹੀਂ ਸੀ। ਬਿਲਕੁਲ ਠੀਕ ਹੈ ਜੀ। ਥੈਂਕ ਯੂ ਸਰ, ਥੈਂਕ ਯੂ ਜੀ। ਸੋ ਦੋਸਤੋ, ਇਹ ਸੀਗੇ ਜਗਮੋਹਨ ਸ਼ਰਮਾ ਜੀ, ਜਿਨ੍ਹਾਂ ਨੇ ਬੜਾ ਕਲੀਅਰ ਦੱਸਿਆ। ਇਹਨਾਂ ਤੋਂ ਅਸੀਂ ਪੁੱਛਿਆ ਕਿਉਂਕਿ ਇਹ ਦੋ ਵਾਰੀ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਮੌਕਾ ਮਿਲਿਆ ਪ੍ਰਾਈਮ ਮਿਨਿਸਟਰ ਨੂੰ ਰਿਸੀਵ ਕਰਨ ਦਾ, ਉਹਨਾਂ ਨੂੰ ਲੀਡ ਕਰਨ ਦਾ ਆਪਣੇ ਸ਼ਹਿਰ ਦੇ ਵਿੱਚ। ਸੋ ਇੱਦਾਂ ਹੀ ਵੱਖ-ਵੱਖ ਮੁੱਦਿਆਂ ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਾਣੇ ਤੇ। ਧੰਨਵਾਦ।